ਕਹਾਣੀ ਮਹਿੰਗੀ ਮੌਤ। ਲੇਖਕ ਦੀਪ ਸ਼ੇਰਗਿੱਲ। ਮੌਤ ਤਾਂ ਮੁਫ਼ਤ ਵਿੱਚ ਮਿਲ ਜਾਂਦੀ ਹੈ, ਬਿਨ ਦੱਸੇ ਬਿਨ ਬੁਲਾਏ ਕਿਸੇ ਵੀ ਸਮੇਂ ਆ ਜਾਂਦੀ ਹੈ। ਫਿਰ ਇਹ ਮਹਿੰਗੀ ਕਿਵੇਂ ਹੋਈ? ਇਹ ਤਾਂ ਬੜੀ ਸਸਤੀ ਜਿਹੀ ਚੀਜ਼ ਹੈ ਨਾ। ਰਚਨਾ ਦਾ ਨਾਮ ਪੜ੍ਹ ਕੇ ਤੁਸੀਂ ਸਾਰੇ ਇਹੀ ਸੋਚ ਰਹੇ ਹੋ ਨਾ। ਸੋਚਣਾ ਬਣਦਾ ਵੀ ਹੈ, ਪਰ ਮੈਂ ਕੁਝ ਵੀ ਝੂਠ ਗਲਤ ਨਹੀਂ ਕਹਿ ਰਿਹਾ। ਪਹਿਲਾਂ ਹੀ ਸਮੇਂ ਹੁੰਦੇ ਸੀ ਕਿ ਮੌਤ ਸਸਤੀ ਹੁੰਦੀ ਸੀ ਤੇ ਬਿਨ ਬੁਲਾਏ ਮੁਫ਼ਤ 'ਚ ਕਿਸੇ ਦੀ ਵੀ ਚਿੱਠੀ ਕਦੇ ਵੀ ਆ ਜਾਂਦੀ ਸੀ। ਹੁਣ ਇਹ ਰੂਲ ਬਦਲ ਚੁੱਕੇ ਹਨ, ਕਿਉਂਕਿ ਬੰਦਾ ਰੱਬ ਨੂੰ ਟੱਬ ਸਮਝਣ ਲੱਗ ਪਿਆ ਏ ਤੇ ਖੁਦ ਰੱਬ ਬਣਨ ਤੇ ਤੁਲਿਆ ਹੋਇਆ ਏ। ਹੁਣ ਬੈਠੇ ਬਿਠਾਏ ਮੌਤ ਖਰੀਦੀ ਵੀ ਜਾ ਸਕਦੀ ਹੈ ਤੇ ਬੁੱਕ ਵੀ ਕੀਤੀ ਜਾ ਸਕਦੀ ਹੈ। ਨਹੀਂ ਯਕੀਨ ਹੁੰਦਾ ਤੇ ਆ ਜਾਓ, ਮੈਂ ਦਿਖਾਉਣਾ ਕਿਵੇਂ ਖਰੀਦੀ ਜਾ ਸਕਦੀ ਹੈ। ਕਿਸਨੇ ਇੰਨੀ ਮਹਿੰਗੀ ਮੌਤ ਖਰੀਦੀ? ਟਾਈਟਨ ਪਣਡੁੱਬੀ ਨਾਂ ਦੀ ਇੱਕ ਸਬਮਰਸੀਬਲ ਦੀ ਖਬਰ ਪਿਛਲੇ ਕਈ ਦਿਨਾਂ ਤੋਂ ਬੜੀ ਚਰਚਾ ਵਿੱਚ ਹੈ। ਇਹ ਇੱਕ ਨਿੱਜੀ ਕੰਪਨੀ ਵੱਲੋਂ ਚਲਾਈ ਜਾਂਦੀ ਹੈ ਤੇ ਉੱਤਰੀ ਐਟਲਾਂਟਿਕ ਸਮੁੰਦਰ ਦੀ ਤਹਿ ਤੇ ਪਏ ਟਾਈਟੈਨਿਕ ਜਹਾਜ਼ ਦੇ ਮਲਬੇ ਤੱਕ ਲੈ ਜਾਂਦੀ ਹੈ। ਪਿਛਲੇ 6 ਸਾਲਾਂ ਤੋਂ ਚੱਲ ਰਹੀ ਇਹ ਸਬਮਰਸੀਬਲ ਵਿੱਚ ਇੱਕ ਬੰਦੇ ਦੀ ਟਿਕਟ $2.5 ਲੱਖ ਯਾਨੀ 2 ਕਰੋੜ ਰੁਪਏ ਦੇ ਕਰੀਬ ਹੈ। ਖਬਰ ਸੁਣੀ ਕਿ ਇਹ ਪਣਡੁੱਬੀ ਦਾ ਡੁਬਕੀ ਤੋਂ ਕੁਝ ਘੰਟੇ ਬਾਅਦ ਹੀ ਆਪਣੇ ਰਡਾਰ ਨਾਲੋਂ ਸੰਪਰਕ ਟੁੱਟ ਗਿਆ ਹੈ। ਮੈਂ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਫਿਰ ਚੌਥੇ ਦਿਨ ਤਾਂ ਖਬਰਾਂ ਦਾ ਢੇਰ ਹੀ ਲੱਗ ਗਿਆ ਕਿ ਆਪਣੇ ਨਵੇਂ ਟੂਰ ਤੇ ਗਈ ਤੇ ਲਗਭਗ 1.5 ਘੰਟੇ ਬਾਅਦ ਹੀ ਗਾਇਬ ਹੋ ਗਈ ਤੇ ਕਿਸੇ ਨੂੰ ਨਹੀਂ ਪਤਾ ਕਿ ਇਹ ਕਿੱਥੇ ਆ ਤੇ ਇਸ ਵਿਚਲੇ ਬੰਦਿਆਂ ਦਾ ਕੀ ਬਣਿਆ। ਇਸ ਵਿਚਲੇ ਬੰਦਿਆਂ ਨੇ ਮੇਰਾ ਧਿਆਨ ਖਿੱਚਿਆ ਅਤੇ ਮੈਂ ਇਸ ਬਾਰੇ ਪਤਾ ਕਰਨ ਦੀ ਸੋਚੀ, ਕਿਉਂਕਿ ਘਟਨਾ ਕਾਫੀ ਚਰਚਾ ਵਿੱਚ ਸੀ। ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੇ ਪਤਾ ਲੱਗਾ ਕਿ ਇਹ ਸਿਰਫ 22 ਫੁੱਟ ਲੰਬਾ ਤੇ 9 ਫੁੱਟ ਉੱਚਾ ਸਾਧਨ ਹੈ, ਜਿਸ ਨੂੰ ਗਾਇਬ ਹੋਣ ਤੋਂ ਬਾਅਦ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇੰਨੇ ਵੱਡੇ ਸਮੁੰਦਰ ਵਿੱਚੋਂ ਐਡੀ ਛੋਟੀ ਜਿਹੀ ਚੀਜ਼ ਲੱਭਣਾ ਤਾਂ ਮੁਸਲ ਵਿੱਚੋਂ ਸੂਈ ਲੱਭਣ ਵਾਂਗ ਹੀ ਸੀ। ਕਹਿੰਦੇ ਇੱਕ ਦਿਨ ਪਹਿਲਾਂ ਹੀ ਕੈਨੇਡਾ ਦੇ ਇੱਕ ਬਚਾਅ ਵਾਲੇ ਜਹਾਜ਼ ਨੇ ਕੁਝ ਆਵਾਜ਼ਾਂ ਸੁਣੀਆਂ ਜੋ ਆਸ ਕਰ ਰਹੇ ਹਨ ਕਿ ਅੰਦਰ ਫਸੇ ਲੋਕਾਂ ਵੱਲੋਂ ਦਰਵਾਜ਼ਾ ਖਿੜਕੀਆਂ ਖੜਕਾ ਕੇ ਕੀਤੀਆਂ ਹੋਣਗੀਆਂ। ਅਮਰੀਕਾ, ਕੈਨੇਡਾ ਸਮੇਤ ਕਈ ਦੇਸ਼ਾਂ ਦੀ ਨੇਵੀ ਅਤੇ ਨਿੱਜੀ ਕੰਪਨੀਆਂ ਇਸ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ, ਪਰ ਕਿਸੇ ਨੂੰ ਕੋਈ ਸਫਲਤਾ ਨਹੀਂ ਮਿਲੀ। ਆਖਰ ਇਸ ਵਿੱਚ ਸਵਾਰਾਂ ਦੇ ਜਿਉਂਦੇ ਹੋਣ ਦੀ ਉਮੀਦ ਮੱਧਮ ਪੈ ਗਈ, ਕਿਉਂਕਿ ਇਸ ਪਣਡੁੱਬੀ ਵਿੱਚ ਸਿਰਫ 96 ਘੰਟੇ ਦੀ ਹੀ ਆਕਸੀਜਨ ਸੀ, ਜੋ ਕਿ ਵੀਰਵਾਰ ਨੂੰ ਖਤਮ ਹੋ ਗਈ ਸੀ। ਜਹਾਜ਼ ਤੇ ਪਾਇਲਟ ਸਟਾਕਟਨ ਰਸ਼, ਓਸ਼ਨਗੇਟ ਦਾ CEO ਅਤੇ ਉਸਦੇ ਨਾਲ ਯਾਤਰੀ ਸਨ। ਬ੍ਰਿਟਿਸ਼ ਕਾਰੋਬਾਰੀ ਹਾਮਿਸ਼ ਹਾਰਡਿੰਗ, ਪਾਕਿਸਤਾਨੀ ਕਾਰੋਬਾਰੀ ਸ਼ਾਹਜ਼ਾਦਾ ਦਾਊਦ ਅਤੇ ਉਸਦਾ ਪੁੱਤਰ ਸੁਲੇਮਾਨ ਅਤੇ ਫਰਾਂਸੀਸੀ ਖੋਜੀ ਤੇ ਟਾਈਟੈਨਿਕ ਮਾਹਰ ਪੌਲ ਹੈਨਰੀ ਸਨ। ਹੁਣ ਗੱਲ ਕਰੀਏ ਕਿ ਇਹ 5 ਅਰਬਪਤੀ ਬੰਦੇ ਇਸ ਪਣਡੁੱਬੀ ਵਿੱਚ ਬੈਠ ਕੇ ਕਰਨ ਕੀ ਗਏ ਸਨ। ਦਰਅਸਲ ਇਹ ਸਾਰੇ ਇਸ ਸਬਮਰਸੀਬਲ ਵਿੱਚ ਬੈਠ ਕੇ 2-2 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਕੇ 110 ਸਾਲ ਪਹਿਲਾਂ ਡੁੱਬੇ ਜਹਾਜ਼ ਟਾਈਟੈਨਿਕ ਦਾ ਮਲਬਾ ਦੇਖਣ ਅਤੇ ਉਸ ਮਲਬੇ ਦੀਆਂ ਫੋਟੋਆਂ ਖਿੱਚਣ ਦੇ ਮਤਲਬ ਨਾਲ ਗਏ ਸਨ। ਇਹਨੂੰ ਕਹਿੰਦੇ ਆ ਮਹਿੰਗੀ ਮੌਤ ਖਰੀਦਣਾ, ਕਿਉਂਕਿ ਇਹ ਮੌਤ ਉਹਨਾਂ ਸਭ ਬੰਦਿਆਂ ਨੇ ਬੈਠੇ ਬਿਠਾਈ ਆਪ ਸਹੇੜੀ ਹੈ। ਓਸ਼ਨਗੇਟ ਇੱਕ ਕੰਪਨੀ ਹੈ ਜੋ ਟੂਰਿਜ਼ਮ ਦਾ ਕੰਮ ਕਰਦੀ ਹੈ। ਇਹਦੇ 'ਚ ਪਹਿਲਾਂ ਇਹਨਾਂ 5 ਨੂੰ ਕੈਨੇਡਾ ਤੋਂ ਜਹਾਜ਼ ਦੁਆਰਾ ਐਟਲਾਂਟਿਕ ਉੱਤੇ ਟਾਈਟੈਨਿਕ ਦੇ ਡੁੱਬਣ ਵਾਲੀ ਜਗ੍ਹਾ ਉੱਤੇ ਲਿਜਾਇਆ ਗਿਆ। ਫਿਰ ਓਸ਼ਨਗੇਟ ਦੇ ਸਹਾਰੇ ਸਤਹ ਤੋਂ 350 ਕਿਲੋਮੀਟਰ ਨੀਚੇ ਟਾਈਟੈਨਿਕ ਦਾ ਮਲਬਾ ਦੇਖਣ ਲਈ ਲਿਜਾਇਆ ਜਾਣਾ ਸੀ। ਐਤਵਾਰ ਨੂੰ ਕੈਨੇਡਾ ਦੀ ਇੱਕ ਬੰਦਰਗਾਹ ਤੋਂ ਇਸ ਪਣਡੁੱਬੀ ਨੇ ਐਟਲਾਂਟਿਕ ਸਾਗਰ ਵਿੱਚ ਡੁਬਕੀ ਲਾਈ ਤਾਂ ਪੌਣੇ 2 ਘੰਟੇ ਬਾਅਦ ਇਸ ਦਾ ਕੰਟਰੋਲ ਰੂਮ ਨਾਲੋਂ ਸੰਪਰਕ ਟੁੱਟ ਗਿਆ ਤੇ ਇਸਦੇ ਬਾਰੇ ਅਲੱਗ-ਅਲੱਗ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ ਗਏ। ਪਰ ਇੱਕ ਮੇਨ ਤਰਕ ਜੋ ਸਾਹਮਣੇ ਆਇਆ ਉਹ ਇਹ ਹੈ ਕਿ ਟਾਈਟੈਨਿਕ ਪਣਡੁੱਬੀ ਕੁਝ ਹਜ਼ਾਰ ਮੀਟਰ ਨੀਚੇ ਪਾਣੀ ਦੇ ਪ੍ਰੈਸ਼ਰ ਦੀ ਵਜ੍ਹਾ ਨਾਲ ਫਟ ਗਈ ਤੇ ਉਸ ਵਿਚਲੇ ਸਵਾਰ ਲੋਕ ਮਾਰੇ ਗਏ। ਪਣਡੁੱਬੀ ਵਿੱਚ ਸਵਾਰ ਲੋਕਾਂ ਨੇ ਕੈਮਰੇ ਜਾਂ ਖਿੜਕੀ ਰਾਹੀਂ ਜਹਾਜ਼ ਦੇ ਮਲਬੇ ਨੂੰ ਦੇਖਣਾ ਸੀ, ਕਿਉਂਕਿ ਇੰਨੀ ਗਹਿਰਾਈ ਵਿੱਚ ਜਾ ਕੇ ਕੋਈ ਵਿਅਕਤੀ ਇਹਦੇ ਤੋਂ ਬਾਹਰ ਨਹੀਂ ਨਿਕਲ ਸਕਦਾ ਸੀ। ਇਹਦੇ ਨਾਲ ਪਣਡੁੱਬੀ ਦੇ ਚਿੱਥੜੇ ਉੱਡ ਸਕਦੇ ਸਨ। ਇਸ ਦਾ ਮਤਲਬ ਸਮੁੰਦਰ ਦੇ ਨੀਚੇ ਕੋਈ ਇਨਸਾਨ ਤੈਰਦੇ ਹੋਏ ਜੀਵਤ ਨਹੀਂ ਰਹਿ ਸਕਦਾ। ਉਹ ਚੀਜ਼ਾਂ ਨੂੰ ਛੂ ਕੇ ਨਹੀਂ ਦੇਖ ਸਕਦਾ, ਬਿਨਾਂ ਕੈਮਰੇ ਦੇ ਨੰਗੀ ਅੱਖ ਨਾਲ ਵੀ ਨਹੀਂ ਦੇਖ ਸਕਦਾ।
ਫਿਰ ਜਦ ਸਭ ਦੇਖਣਾ ਹੀ ਕੈਮਰੇ ਰਾਹੀਂ ਸੀ ਤਾਂ ਇੰਟਰਨੈਟ ਦੀ ਮਦਦ ਨਾਲ ਵੀ ਸਭ ਦੇਖਿਆ ਜਾ ਸਕਦਾ ਸੀ। ਫਿਰ ਸਮੁੰਦਰ ਦੀ ਗਹਿਰਾਈ ਵਿੱਚ ਜਾ ਕੇ ਮੌਤ ਸਹੇੜਨ ਦੀ ਕੀ ਲੋੜ ਪੈ ਗਈ ਸੀ? ਪੈਸਾ। ਕੀ ਪੈਸੇ ਨੇ ਹੀ ਉਹਨਾਂ ਦੀ ਜਾਨ ਲੈ ਲਈ? ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਸੀ ਕਿ 2 ਕਰੋੜ ਦੀ ਟਿਕਟ ਉਹਨਾਂ ਨੂੰ ਸਸਤੀ ਤੇ ਬੇਮੁੱਲੀ ਜਾਨ ਦੀ ਕੀਮਤ ਉਹਨਾਂ ਨੂੰ ਨਜ਼ਰ ਹੀ ਨਹੀਂ ਆਈ। ਉਹ ਭੁੱਲ ਗਏ ਕਿ ਜ਼ਿੰਦਗੀ ਕਿਤੋਂ ਵੀ ਕਿਸੇ ਵੀ ਕੀਮਤ ਤੇ ਖਰੀਦੀ ਨਹੀਂ ਜਾ ਸਕਦੀ। ਉਹ ਭੁੱਲ ਗਏ ਕਿ ਜੀਵਨ ਕਿੰਨਾ ਅਨਮੋਲ ਹੈ ਤੇ ਇਸਦੀ ਕਿੰਨੀ ਮਹੱਤਤਾ ਹੈ। ਉਹ ਭਾਵੇਂ ਭੁੱਲ ਗਏ, ਲੇਕਿਨ ਆਪਾਂ ਜ਼ਰੂਰ ਯਾਦ ਰੱਖਣਾ ਹੈ ਕਿ ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਤਾਂ ਉਲਟੀਆਂ ਸਿੱਧੀਆਂ ਹਰਕਤਾਂ ਕਰਨ ਦੀ ਥਾਂ ਉਸਨੂੰ ਸਹੀ ਪਾਸੇ ਲਾਓ। ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਤੇ ਗਰੀਬਾਂ, ਜ਼ਰੂਰਤਮੰਦਾਂ ਦੀ ਮਦਦ ਕਰ ਦਿਓ। ਉਹਨਾਂ ਕੋਲ ਭਾਵੇਂ ਕਿੰਨਾ ਵੀ ਪੈਸਾ ਸੀ, ਪਰ ਆਖਰੀ ਸਮੇਂ ਉਹ ਆਪਣੇ ਲਈ ਜ਼ਿੰਦਗੀ ਨਾ ਖਰੀਦ ਸਕੇ। ਇਸ ਗੱਲ ਦੀ ਮੈਂ ਗਰੰਟੀ ਦਿੰਦਾ ਕਿ ਜਦ ਇਹਨਾਂ ਅਰਬਪਤੀਆਂ ਨੇ ਮੌਤ ਸਾਹਮਣੇ ਦੇਖੀ ਹੋਵੇਗੀ ਤਾਂ ਉਹ ਆਪਣਾ ਸਾਰਾ ਪੈਸਾ ਅਤੇ ਜ਼ਮੀਨ ਜਾਇਦਾਦ ਜ਼ਿੰਦਗੀ ਨੂੰ ਖਰੀਦਣ ਵਾਸਤੇ ਦੇਣ ਲਈ ਤਿਆਰ ਹੋਣਗੇ। ਪਰ ਜ਼ਿੰਦਗੀ ਏਦਾਂ ਹੀ ਥੋੜ੍ਹਾ ਮਿਲ ਜਾਂਦੀ ਹੈ। ਉਹ ਜ਼ਿੰਦਗੀ ਜੋ ਤੁਸੀਂ ਅਤੇ ਮੈਂ ਜੀ ਰਹੇ ਹਾਂ ਤੇ ਉਹਨਾਂ ਨੇ ਭੰਗ ਦੇ ਭਾਣੇ ਗਵਾ ਲਈ। ਪੈਸੇ ਦਾ ਮਾਣ ਹੰਕਾਰ ਉਸ ਵੇਲੇ ਯਾਦ ਚੇਤੇ ਵੀ ਨਹੀਂ ਹੋਣਾ। ਸਿਰਫ ਜ਼ਿੰਦਗੀ ਲਈ ਇੱਕ ਭੀਖ ਮੰਗੀ ਹੋਣੀ ਕਿ ਹੇ ਰੱਬਾ, ਇੱਕ ਵਾਰੀ ਮੋੜ ਦੇ ਧਰਤੀ ਉੱਤੇ ਸਾਡੇ ਪਰਿਵਾਰਾਂ ਤੇ ਪਿਆਰਿਆਂ ਕੋਲ ਸਹੀ ਸਲਾਮਤ ਪਹੁੰਚਾ ਦੇ। ਸੋਚ ਕੇ ਹੀ ਰੌਂਗਟੇ ਖੜੇ ਹੁੰਦੇ ਆ ਕਿ ਇਹ ਕਿਹੋ ਜਿਹਾ ਸਮਾਂ ਹੋਵੇਗਾ ਤੇ ਕਿਹੋ ਜਿਹਾ ਹੈਰਤ ਅੰਗਰੇਜ਼ ਫੈਸਲਾ ਸੀ। ਲਗਭਗ ਇਹ ਸਦੀ ਪਹਿਲਾਂ, 1 ਸਦੀ ਪਹਿਲਾਂ ਡੁੱਬ ਚੁੱਕੇ ਜਹਾਜ਼ ਦਾ ਮਲਬਾ ਦੇਖਣ ਜਾਣ ਦਾ ਪਾਗਲਪਨ ਕਰਨਾ ਹੁਣ ਕੰਪਨੀ ਦੀ ਗਲਤੀ ਕੱਢੀ ਜਾ ਰਹੀ ਹੈ। ਪਰ ਇਹ ਕੰਪਨੀ ਪਹਿਲਾਂ ਹੀ ਇੱਕ ਐਫੀਡੇਵਿਟ ਲੈ ਚੁੱਕੀ ਸੀ ਜਿਸ ਵਿੱਚ ਲਿਖਿਆ ਸੀ ਕਿ ਅਗਰ 8 ਘੰਟੇ ਦੇ ਇਸ ਟੂਰ ਵਿੱਚ ਜਾਨ ਚਲੀ ਜਾਂਦੀ ਹੈ ਤਾਂ ਉਸਦਾ ਕੋਈ ਕਲੇਮ ਨਹੀਂ ਹੋਏਗਾ। ਦੇਖੋ, ਪੈਸੇ ਦੇ ਕੇ ਆਪਣੀ ਜ਼ਿੰਦਗੀ ਕਿੰਨੇ ਸਸਤੇ ਭਾਅ ਵੇਚ ਕੇ ਚਲੇ ਗਏ ਉਹ ਲੋਕ। ਉਹਨਾਂ ਆਪਣੇ ਪਿੱਛੇ ਬਚੇ ਪਰਿਵਾਰਾਂ ਤੇ ਚਾਹੁਣ ਵਾਲਿਆਂ ਬਾਰੇ ਕੁਝ ਵੀ ਨਾ ਸੋਚਿਆ, ਜਾਂ ਫਿਰ ਪੈਸੇ ਨੇ ਸੋਚਣ ਹੀ ਨਾ ਦਿੱਤਾ। ਆਖਿਰ ਆਕਸੀਜਨ ਮੁੱਕਣ ਦੇ ਸਮੇਂ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤੇ ਇਹ 5 ਅਰਬਪਤੀ ਮਹਿੰਗੀ ਮੌਤ ਖਰੀਦ ਪਤਾ ਨਹੀਂ ਕਿੱਥੇ ਜਾ ਬਿਰਾਜੇ। ਧੰਨਵਾਦ ਜੀ।